ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਆ ਦੇਖੋ, ਆਪਾਂ ਕੈਮਿਸਟਰੀ ਦਾ ਯੂਨਿਟ 1 ਬੇਸਿਕਸ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਇਹਦੇ ਵਿੱਚ ਹੁਣ ਇੱਕ ਕਨਸੈਪਟ ਆਉਂਦਾ, ਮੋਲ ਕਨਸੈਪਟ। ਇਹ ਦੇਖੋ, ਥੱਲੇ ਮੈਂ ਲਿਖਿਆ ਵੈਰੀ 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 ਇੰਪੋਰਟੈਂਟ। ਕਿੰਨੀ ਵਾਰੀ ਵੈਰੀ ਲਿਖ ਕੇ ਮੈਂ ਇਨਫਿਨਿਟੀ ਤੱਕ, ਅਨੰਤ ਤੱਕ ਲੈ ਗਿਆ। ਤਾਂ ਇੱਥੇ ਵੀ ਮੈਂ ਲਿਖਿਆ ਯੂਨਿਟ 1 to all, ਮਤਲਬ ਸਾਰੀ ਕੈਮਿਸਟਰੀ ਦੇ ਵਿੱਚ ਮੋਲ ਕਨਸੈਪਟ ਇੰਨਾ ਜ਼ਿਆਦਾ ਇੰਪੋਰਟੈਂਟ ਆ। ਇਸ ਤੋਂ ਬਗੈਰ ਕੈਮਿਸਟਰੀ ਨੂੰ ਸੋਚਣਾ, ਪੜ੍ਹਨਾ, ਲਿਖਣਾ ਬਿਲਕੁਲ ਹੀ ਔਖਾ ਆ। ਤੁਹਾਨੂੰ ਸਮਝ ਹੀ ਨਹੀਂ ਲੱਗਣਾ ਹੁੰਦਾ ਕੀ ਪਿਆ। ਇਸ ਲਈ ਮੋਲ ਦੇ ਬਾਰੇ ਤੁਹਾਡੇ ਦਿਮਾਗ ਵਿੱਚ ਪੂਰੀ ਤਰ੍ਹਾਂ ਪਿਕਚਰ ਕਲੀਅਰ ਹੋਣੀ ਚਾਹੀਦੀ ਕਿ ਜਦੋਂ ਮੋਲ ਕਹਿਣਾ, ਬਾਰ-ਬਾਰ ਮੋਲ ਦੀ ਜਿਹੜੀ ਵਰਤੋਂ ਆ ਇਹ ਹੋਣੀ ਆ। ਲਗਭਗ ਹਰ ਪੇਜ 'ਤੇ ਤੁਹਾਨੂੰ ਇੱਕ ਅੱਧੀ ਵਾਰੀ ਮੋਲ ਲਿਖਿਆ ਕੈਮਿਸਟਰੀ ਦੀ ਕਿਸੇ ਵੀ ਕਿਤਾਬ 'ਚ ਮਿਲ ਹੀ ਜਾਊਗਾ। ਇਸ ਲਈ ਬਹੁਤ ਹੀ ਇੰਪੋਰਟੈਂਟ ਆ। ਸੋ ਯੂਨਿਟ 1 to all ਮਤਲਬ ਸਾਰੀ ਕੈਮਿਸਟਰੀ, ਜਿੰਨੀ ਵੀ ਕੈਮਿਸਟਰੀ ਤੁਸੀਂ ਪੜ੍ਹੋਗੇ ਹੁਣ ਤੋਂ ਲੈ ਕੇ ਅੱਗੇ ਤੱਕ, ਉਹ 'ਚ ਮੋਲ ਦਾ ਬਹੁਤ ਵੱਡਾ ਰੋਲ ਰਹਿਣਾ ਆ। ਉਹ ਬਾਰ-ਬਾਰ ਇਹ ਤੁਹਾਨੂੰ ਤੰਗ ਕਰੂਗਾ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਾ ਸਿੱਖਿਆ। ਸੋ ਇਸੇ ਲਈ ਇਹਨੂੰ ਮੈਂ ਲਿਖਿਆ ਵੈਰੀ 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 ਇੰਪੋਰਟੈਂਟ। ਹੁਣ ਇਹ ਮੋਲ ਦੇ ਕਨਸੈਪਟ ਨੂੰ ਸਮਝਣ ਤੋਂ ਪਹਿਲਾਂ ਆਪਾਂ ਸਾਈਜ਼ ਦੇ ਬਾਰੇ ਸਮਝ ਲਈਏ ਵੀ ਲੰਬਾਈ ਜਿਹੜੀ ਆ ਉਹਨੂੰ ਆਪਾਂ ਨਾਪਦੇ ਹਾਂ ਅਤੇ ਕਿੰਨੀ ਲੰਬਾਈ ਕਿੰਨੀ ਕੁ ਹੁੰਦੀ, ਥੋੜ੍ਹਾ ਦਿਮਾਗ 'ਚ ਇੱਕ ਆਈਡੀਆ ਜਿਹਾ ਹੋ ਜੇ ਕਿੰਨਾ ਛੋਟਾ ਕਿੰਨਾ ਬਰੀਕ। ਠੀਕ ਆ, ਕਿਉਂਕਿ ਇੱਥੇ ਐਟਮਾਂ ਦੀ ਗੱਲ ਹੋਣੀ ਆ, ਮੋਲੀਕਿਊਲ ਦੀ ਗੱਲ ਹੋਣੀ ਆ। ਅਸੀਂ ਬਰੀਕੀ ਦੇ ਵਿੱਚ ਜਾਣਾ, ਬਹੁਤ ਹੀ ਛੋਟੀਆਂ ਛੋਟੀਆਂ ਦੂਰੀਆਂ ਨਾਪਣੀਆਂ ਆਪਾਂ। ਸੋ ਇਸ ਲਈ ਪਹਿਲੋਂ ਮੈਂ ਸਾਈਡ 'ਤੇ ਤੁਹਾਨੂੰ ਇਹ ਦੱਸਣ ਲੱਗਾ, ਇਹ ਡਾਇਰੈਕਟਲੀ ਲਿੰਕਡ ਤਾਂ ਨਹੀਂ ਹੈਗਾ, ਪਰ ਇਹ ਸਾਡੇ ਦਿਮਾਗ 'ਚ ਕਨਸੈਪਟ ਹੋਣਾ ਚਾਹੀਦਾ ਕਿ ਬਹੁਤ ਛੋਟੇ ਤੋਂ ਕੀ ਭਾਵ ਆ, ਕਿੰਨਾ ਛੋਟਾ, ਅਸੀਂ ਉਹ ਕਿੱਦਾਂ ਸੋਚ ਸਕਦੇ ਹਾਂ। ਸੋ ਇਹਦੇ ਲਈ ਪਹਿਲੋਂ ਮੈਂ ਮੋਲ ਕਨਸੈਪਟ ਦੇ ਬਾਅਦ ਵਿੱਚ ਆਉਂਦੇ ਹਾਂ। ਪਹਿਲੋਂ ਆਹ ਇੱਕ ਕਨਸੈਪਟ ਸਮਝ ਲਓ, ਸੱਚੀ ਮੁੱਚੀ ਲੰਬਾਈ ਜਿਹੜੀ ਆ ਉਹ ਕਿੰਨੀ ਆ, ਕਿੰਨੀ ਬਰੀਕੀ 'ਚ ਅਸੀਂ ਜਾਣਾ। ਸੋ ਹੁਣ ਦੇਖੋ, ਜਿਹੜੀ ਹਾਈਡਰੋਜਨ ਦਾ ਐਟਮ ਆ, ਇੱਕ ਹਾਈਡਰੋਜਨ ਗੈਸ H2 ਹੁੰਦੀ ਆ, ਉਹ 'ਚ H2 ਹੋਮੋ ਅਟੋਮਿਕ ਮੋਲੀਕਿਊਲ ਹੁੰਦੇ ਆ। ਸੋ ਇਹ ਵਾਲੀ ਗੱਲ ਵੀ ਤੁਸੀਂ ਯਾਦ ਰੱਖਣੀ ਆ ਕਿ ਹਾਈਡਰੋਜਨ ਹੋਮੋ ਅਟੋਮਿਕ ਆ, ਮਤਲਬ H2, H ਅਤੇ H ਦੋਨੋਂ ਇੱਕੋ ਜਿਹੇ ਆ। ਹੋਮੋ ਦਾ ਮਤਲਬ ਆਪਾਂ ਦੱਸਿਆ ਸੀ ਸੇਮ। ਸੋ ਹਾਈਡਰੋਜਨ ਨਾਲ ਮਿਲ ਕੇ H2 ਗੈਸ ਬਣਾਉਂਦੀ ਆ। ਸਾਨੂੰ ਇਕੱਲਾ H ਐਟਮ ਨਹੀਂ ਲੱਭਦਾ। ਅਸੀਂ ਕਹੀਏ ਜੀ ਮੈਂ ਇਕੱਲੇ H ਐਟਮਾਂ ਵਾਲੀ ਗੈਸ ਲੱਭ ਲਈ ਅਤੇ ਇਕੱਠੀ ਕਰ ਲਈ ਇੱਕ ਸਿਲੰਡਰ 'ਚ, ਉਹ ਪੋਸੀਬਲ ਨਹੀਂ ਹੈਗਾ। ਪਰ ਅਸੀਂ ਥਿਓਰੈਟੀਕਲੀ H ਐਟਮ ਲਿਖ ਸਕਦੇ ਹਾਂ ਕਿ H ਐਟਮ ਦੇ ਬਾਰੇ ਗੱਲ ਕਰ ਸਕਦੇ ਹਾਂ। ਸੋ H ਐਟਮ ਦਾ ਜਿਹੜਾ ਸਾਈਜ਼ ਆ ਉਹ 0.53 ਐਂਗਸਟ੍ਰੋਮ ਹੁੰਦਾ ਹੈਗਾ। ਐਂਗਸਟ੍ਰੋਮ ਇਹ ਲਿਖ ਕੇ ਇਹਦੇ ਸਿਰ 'ਤੇ ਬਰੀਕ ਜੀ ਜ਼ੀਰੋ ਪਾਉਂਦੇ ਆ, ਇਹ ਲਿਖ ਕੇ ਇਹਨੂੰ ਐਂਗਸਟ੍ਰੋਮ ਕਹਿੰਦੇ ਆ। ਐਂਗਸਟ੍ਰੋਮ ਦਾ ਮਤਲਬ ਹੁੰਦਾ 10⁻⁻10 ਮੀਟਰ। ਇਹਨੂੰ ਜੇ ਹੁਣ ਆਪਾਂ ਇੱਦਾਂ ਲਿਖੀਏ ਤਾਂ ਇਹ ਬਣ ਜੂਗਾ, ਇੱਕ ਇਹਦੇ 'ਚੋਂ ਇੱਕ 10 ਕੱਢ ਲਈਏ -10 ਚੋਂ, ਤਾਂ ਉਹ ਬਣ ਜੂਗਾ 10⁻⁻1 10⁻⁻9 ਮੀਟਰ। ਆ ਜਿਹੜਾ 10⁻⁻1 ਆ, 1/10 ਬਣ ਗਿਆ ਅਤੇ 1/10 0.1 ਬਣ ਗਿਆ। ਬਾਕੀ ਬਚਿਆ ਇੰਨਾ -9 ਮੀਟਰ। ਸੋ ਇਹ ਜਿਹੜਾ -9 ਮੀਟਰ ਹੁੰਦਾ, -9 ਜਿਹੜਾ ਬੇਸਿਕਲੀ ਆਹ ਚੀਜ਼ ਆ, -9 ਇਹਨੂੰ ਨੈਨੋ ਕਹਿੰਦੇ ਆ। ਨੈਨੋ 10⁻⁻9 ਇਟ ਇਜ਼ ਨੋਨ ਐਜ਼ ਨੈਨੋ। ਇਹਨੂੰ ਅਸੀਂ ਲਿਖਦੇ N। ਇਸ ਕਰਕੇ ਜਿਹੜਾ ਆਪਣੇ ਕੋਲ ਐਂਗਸਟ੍ਰੋਮ ਆ ਉਹ ਕਿੰਨਾ ਬਣਿਆ, ਉਹ 0.1 ਨੈਨੋਮੀਟਰ ਦੇ ਬਰਾਬਰ ਬਣਿਆ। ਇੱਥੇ ਐਂਗਸਟ੍ਰੋਮ ਜਿਹੜਾ ਸੀਗਾ ਉਹ ਕਿੰਨਾ ਸੀਗਾ, ਸੋ ਉਹ ਆਪਣੇ ਕੋਲ 0.53 ਮਤਲਬ 0.53 ਮਤਲਬ ਅੱਧਾ ਐਂਗਸਟ੍ਰੋਮ ਲਗਭਗ ਸੀਗਾ। ਇੱਕ ਐਂਗਸਟ੍ਰੋਮ ਦਾ ਵੀ ਅੱਧਾ ਆ। ਇਹ ਹਾਈਡਰੋਜਨ ਦਾ ਜਿਹੜਾ ਸਾਈਜ਼ ਆ ਉਹ ਇੱਕ ਐਂਗਸਟ੍ਰੋਮ ਤੋਂ ਅੱਧਾ ਵਾ। ਹਾਲੇ ਆਪਾਂ ਹੌਲੀ ਹੌਲੀ ਸਮਝਾਂਗੇ ਵੀ ਕੀ ਬੋਲਦੇ ਪਏ ਆਪਾਂ। ਸੋ ਨੈਨੋਮੀਟਰ 0.1 ਨੈਨੋਮੀਟਰ ਆ। ਸੋ ਜੇ ਆਪਾਂ 0.53 ਕਵਾਂਗੇ ਤਾਂ ਇਹਦੇ ਨਾਲ ਗੁਣਾ ਹੋ ਕੇ 0.05 ਹੋ ਜੂਗਾ ਨੈਨੋਮੀਟਰ। ਸੋ ਨੈਨੋ ਮੈਨੇ 10⁻⁻9। ਹੁਣ ਆਪਾਂ ਆ ਜਾਂਦੇ ਹਾਂ, ਜਿਹੜਾ ਤੁਹਾਡੇ ਜਮੈਟਰੀ ਦੇ ਵਿੱਚ ਸਕੇਲ ਪਿਆ ਹੁੰਦਾ ਵਾ ਤੁਹਾਡੇ ਕੋਲ, ਤੁਸੀਂ 9ਵੀਂ 10ਵੀਂ 'ਚ ਦੇਖਦੇ ਹੋ ਸਕੇਲ ਆਹ ਵਾਲਾ। ਸੋ ਇਹ ਵਾਲੇ ਸਕੇਲ ਦੇ ਵਿੱਚ ਤੁਹਾਡੇ ਕੋਲ ਆ ਦੇਖੋ ਇੱਥੇ, ਸੋ ਯੂ ਹੈਵ ਸੈਂਟੀਮੀਟਰਸ। ਸੋ ਇੱਥੇ ਸੈਂਟੀਮੀਟਰ ਲਿਖਿਆ ਦੇਖੋ। ਸੋ ਆ ਪਹਿਲੋਂ ਆ ਥੋੜ੍ਹੀ ਜਿਹੀ ਖਾਲੀ ਥਾਂ ਤੋਂ ਬਾਅਦ ਜ਼ੀਰੋ ਸ਼ੁਰੂ ਕਰਦੇ ਆ ਇਹ ਜਮੈਟਰੀ ਵਾਲੇ ਸਕੇਲ 'ਚ। ਫਿਰ ਅੱਗੇ ਬਰੀਕ ਬਰੀਕ ਲਕੀਰਾਂ ਪਾ ਕੇ ਇੱਥੇ 1 ਸੈਂਟੀਮੀਟਰ ਪੂਰਾ ਹੋ ਗਿਆ।
फिर आह 2 सेंटीमीटर पूरा हो गया। सो दैन यू हैव दिस 3 सेंटीमीटर 4 सेंटीमीटर एंड सो ऑन। सो इदां करके तुहाडा 5 6 7 8 सेंटीमीटर जिहड़े हैगे आ वो पूरे हो जाते हैं। 10 11 12 13 14 15 सेंटीमीटर। तो ये दूसरे पासे होंगे आ इंच। इधरले पासे जिहड़े खुले खुले खाने आ स्केल नूं जे आपां घुमा दईए तो आ 0 आ 1 इंच आ, आह 2 इंच आ 3 इंच आ, 4 इंच आ, 5 इंच आ, 6 इंच आ। ये इस तरह 6 इंच अद्धा फुट आ। ये अद्धा फुट 1 फुट हुंदा। ਆਪਾਂ ਕਹਿੰਦੇ फुट किन्ने फुट लंबा बंदा 5.5 फुट बंदा जी ਉਹਦੀ ਉਚਾਈ ਜਿਹੜੀ 5 फुट 6 इंच आ, 5 फुट 4 इंच आ, 5 फुट 7 इंच आ, है ना। सो ये ਉਹ वाले ਜਿਹੜੇ फुट आ ਉਹ इदां ਦੇ आ ਜਿਹੜੇ 6 इंच बने ये अद्धा फुट आ। ਇਹਦਾ ਮਤਲਬ ਜੇ ਅੱਧਾ ਫੁੱਟਾ ਮੇਰੇ ਕੋਲ ਹੋਰ ਹੁੰਦਾ ਆਹ ਵਾਲਾ ਅੱਧਾ ਫੁੱਟਾ ਹੋਰ ਹੁੰਦਾ ਮਤਲਬ ਆ ਦੇਖੋ ਇਹ ਇੱਥੇ ਤੱਕ ਆਇਆ ਯੂ ਕੈਨ ਸੇ ਇੰਨਾ ਆ ਹੈ ਨਾ। ਸੋ ਇੰਨਾ ਹੀ ਹੋਰ ਅੱਗੇ ਮੇਰੇ ਕੋਲ ਹੁੰਦਾ ਇੱਥੇ ਤੱਕ। ਸੋ ਇੰਨਾ ਹੋਰ ਸੋ ਮਤਲਬ ਕਿ ਜਿੰਨਾ ਇਹ ਮੇਰੇ ਕੋਲ ਯੂ ਕੈਨ ਸੇ ਵੀ ਆ ਆਪਾਂ ਜੇ ਇਹਨੂੰ ਦੇਖੀਏ ਤਾਂ ਆਪਣੇ ਕੋਲ 1 ਫੁੱਟ ਕਿੰਨਾ ਬਣ ਗਿਆ। ਸੋ ਮੈਂ ਇੱਥੇ ਇੱਕ ਲਾਈਨ ਬਣਾ ਕੇ ਦਿਖਾਉਂਦਾ ਤੁਹਾਨੂੰ। ਸੋ ਆ ਦੇਖੋ ਆਹ ਆਪਣੇ ਕੋਲ ਅਪਰੋਕਸੀਮੇਟਲੀ ਆ ਕੋਰਨਰ ਤੋਂ ਲੈ ਕੇ ਤਾਂ ਇੱਥੇ ਤੱਕ ਆਪਣੇ ਕੋਲ ਆਏ ਆਹ ਵਾਲੀ ਜਗ੍ਹਾ ਤੱਕ ਅੱਧਾ ਫੁੱਟ ਹੋ ਗਿਆ। ਅਤੇ ਇੱਥੋਂ ਲੈ ਕੇ ਆਪਾਂ ਹੋਰ ਅੱਗੇ ਜਾਈਏ ਇੱਥੋਂ ਲੈ ਕੇ ਇੱਥੇ ਤੱਕ। ਸੋ ਦੇਅਰਫੋਰ ਵੀ ਹੈਵ 1 ਫੁੱਟ। ਸੋ ਮਤਲਬ ਆਹ ਜਿਹੜੀ ਕਾਪੀ ਆਹ ਵਾਲੀ ਜਿਹੜੀ ਆਪਾਂ ਲਕੀਰ ਬਣਾਈ ਇੱਥੇ ਤੱਕ ਆਹ। so this is approximately 1 foot. So now I think it is visible to you. So we again see. So we have this. So you can see. So ਇੱਥੋਂ ਲੈ ਕੇ ਕਾਪੀ ਦੀ ਆਹ ਨੁੱਕਰ ਤੋਂ ਲੈ ਕੇ ਤੇ ਆਹ ਵਾਲੀ ਨੁੱਕਰ ਤੱਕ ਆਪਣੇ ਕੋਲ 1 ਫੁੱਟ ਜਿਹੜਾ ਹੈਗਾ ਉਹ ਬਣ ਗਿਆ। ਸੋ ਇਹ ਤੁਹਾਨੂੰ ਦਿਮਾਗ 'ਚ ਹੋਣੀਆਂ ਚਾਹੀਦੀਆਂ ਇਹ ਗੱਲਾਂ ਵੀ ਕਿੱਦਾਂ ਹੋ ਰਿਹਾ ਸਾਰਾ ਕੁਛ, ਕਿੰਨੀ ਕੁ ਲੰਬਾਈ ਦੀਆਂ ਆਪਾਂ ਗੱਲਾਂ ਕਰਦੇ ਪਏ ਹਾਂ। ਸੋ ਇਹ ਚਲੋ ਇੰਚ ਦੇ ਨਾਲ ਸਾਨੂੰ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੁੰਦਾ। ਵੀ ਆਰ ਨੋਟ ਕੰਸਰਨਡ ਵਿਦ ਇੰਚ। ਇੰਚ ਦਾ ਸੰਬੰਧ ਦਰਜੀ ਮਿਸਤਰੀ ਆਮ ਕਰਕੇ ਕਰਦੇ ਆ ਜਿਹੜੇ ਘਰ ਬਣਾਉਂਦੇ ਆ, ਜਾਂ ਹੋਰ ਵੀ ਕਈ ਲੋਕ ਕਰਦੇ ਹੋਣਗੇ, ਲੱਕੜ ਵਾਲੇ ਵੀ ਕਰਦੇ ਹੋਣਗੇ, ਲੋਹੇ ਵਾਲੇ ਵੀ ਕਰਦੇ ਹੋਣਗੇ। ਸੋ ਮਤਲਬ ਪ੍ਰੈਕਟੀਕਲੀ ਉਹ ਇੰਚਾਂ ਦਾ ਜਿਹੜਾ ਕੰਮ ਆ ਉਹਨਾਂ ਨੂੰ ਲੋੜ ਪੈਂਦੀ ਆ। ਆਪਾਂ SI ਯੂਨਿਟਸ ਦੇ ਵਿੱਚ ਸਾਰੀ ਗੱਲਬਾਤ ਕਰਨੀ ਆ। ਸੋ ਇਸ ਕਰਕੇ ਆਪਾਂ ਜਿਹੜਾ ਹੈਗਾ ਸੈਂਟੀਮੀਟਰ ਜਾਂ ਮੀਟਰ ਦੇ ਵਿੱਚ ਹੀ ਗੱਲਬਾਤ ਕਰਨੀ ਆ। ਸੋ ਵੀ ਹੈਵ ਦਿਸ ਆਂਗਸਟਰੋਮ ਦੇ ਵਿੱਚ ਅਸੀਂ ਗੱਲ ਕਰਦੇ ਕਰਦੇ ਨੈਨੋ 'ਤੇ ਆਏ ਅਤੇ ਨੈਨੋ ਤੋਂ ਬਾਅਦ ਮੈਂ ਤੁਹਾਨੂੰ ਆ ਸਕੇਲ ਦੇ ਉੱਪਰ ਮਿਲੀਮੀਟਰ ਦੇ ਬਾਰੇ ਦੱਸਣ ਲੱਗ ਗਿਆ। ਸੋ ਨਾਓ ਯੂ ਕੈਨ ਸੀ ਕਿ ਕੋਈ ਵੀ 1 ਸੈਂਟੀਮੀਟਰ ਜੇ ਆਪਾਂ ਲੈ ਲਈਏ 3 4 ਅਤੇ 5 ਮੰਨ ਲਓ, ਇਹਦੇ ਵਿਚਕਾਰ ਦੇਖੋ ਆਪਣੇ ਕੋਲ ਲਕੀਰਾਂ ਲੱਗੀਆਂ ਹੋਈਆਂ ਆ। ਮਤਲਬ ਕਿ ਇਹਦੇ 10 ਟੁਕੜੇ ਆ, 10 ਟੁਕੜੇ ਮੈਂ ਨਹੀਂ 11 ਲਕੀਰਾਂ ਦੇ ਵਿਚਕਾਰ 10 ਟੁਕੜੇ ਹੋਣਗੇ। ਆ ਦੇਖੋ। ਸੋ ਯੂ ਹੈਵ 3 ਫਿੰਗਰਸ। ਸੋ ਇਹਦੇ ਵਿਚਕਾਰ 2 ਖਾਲੀ ਥਾਵਾਂ ਆ। ਸੋ ਇੱਥੋਂ ਲੈ ਕੇ ਇੱਥੋਂ ਤੱਕ 1 mm, ਇੱਥੋਂ ਲੈ ਕੇ ਇੱਥੋਂ ਤੱਕ 2 mm, ਅਤੇ ਲਕੀਰਾਂ 3 ਬਣੀਆਂ ਪੈਣਗੀਆਂ, mm 2 ਬਣਨਗੇ। ਸੋ 3 ਲਕੀਰਾਂ ਦੇ ਵਿਚਕਾਰ ਇਹਦਾ ਮਤਲਬ ਟੋਟਲ 11 ਲਕੀਰਾਂ ਦੇ ਵਿਚਕਾਰ 10 ਸੈਂਟੀਮੀਟਰ ਬਣੂਗਾ, ਸੌਰੀ 10 mm ਬਣੂਗਾ। ਸੋ ਬੇਸ਼ੱਕ 7 ਵਾਲੀ ਲਕੀਰ ਨੂੰ ਵੀ ਤਾਂ ਆਪਾਂ ਗਿਣਾਂਗੇ। ਮੰਨ ਲਓ 7 ਵਾਲੀ ਲਕੀਰ ਆ, ਇਹਨੂੰ ਗਿਣਾਂਗੇ ਆਪਾਂ। ਫਿਰ ਤੋਂ ਬਾਅਦ ਤੁਸੀਂ ਦੇਖ ਲਓ 1 2 3 4 5 6 7 8 ਤੱਕ ਪਹੁੰਚਦੇ 10 ਲਕੀਰਾਂ ਹੋਣਗੀਆਂ। ਅਤੇ 7 ਵਾਲੀ ਵੀ ਪਹਿਲੀ ਲਕੀਰ ਬਣਾਵਾਂਗੇ, ਮੀਨਸ ਉਹ 0 ਹੋਊਗਾ, ਕਿਉਂਕਿ ਤੁਸੀਂ ਦੇਖੋ 0 ਤੋਂ ਸ਼ੁਰੂ ਹੋਇਆ ਨਾ। 0 ਫਸਟ ਇਜ਼ ਆਲਵੇਜ਼ 0, ਯੂ ਸਟਾਰਟ ਫਰੋਮ 0 ਵੈਨ ਯੂ ਮੇਜਰ, ਯੂ ਸਟਾਰਟ ਫਰੋਮ 0। ਸੋ 0 ਤੋਂ ਲੈ ਕੇ 1 ਸੈਂਟੀਮੀਟਰ। ਜਦੋਂ ਕੋਈ ਬੱਚਾ ਪੈਦਾ ਹੁੰਦਾ ਤਾਂ ਉਹ 0 ਸਾਲ ਦਾ ਹੁੰਦਾ, ਉਸ ਤੋਂ ਬਾਅਦ ਫਿਰ ਉਹ 1 ਸਾਲ ਦਾ ਹੁੰਦਾ, ਹੈ ਨਾ। ਜਦੋਂ ਉਹਦਾ ਫਸਟ ਬਰਥਡੇ ਆਉਂਦਾ ਦੈਨ ਹੀ ਔਰ ਸ਼ੀ ਬਿਕਮ 1 ਈਅਰ, ਉਹਦੀ ਏਜ 1 ਸਾਲ ਦੀ ਹੋ ਜਾਂਦੀ ਆ। ਮੀਨਸ ਜਦੋਂ ਕੋਈ ਚੀਜ਼ ਸ਼ੁਰੂ ਹੋਣੀ ਆ ਉਹ 0 ਹੋਣੀ ਆ। ਅਸੀਂ ਜ਼ਮੀਨ 'ਤੇ ਖੜ੍ਹਦੇ ਹਾਂ, ਅਸੀਂ ਕਹਿੰਦੇ ਪਹਿਲੀ ਗਰਾਊਂਡ ਫਲੋਰ ਮਤਲਬ 0। ਫਿਰ ਆਪਣੀ ਹੁੰਦੀ ਪਹਿਲੀ ਮੰਜ਼ਿਲ, ਫਸਟ ਫਲੋਰ, ਸੈਕਿੰਡ ਫਲੋਰ, ਮੀਨਸ ਪਹਿਲੋਂ 0 ਹੁੰਦਾ, ਫਿਰ 1 2 3 ਸ਼ੁਰੂ ਹੁੰਦਾ। ਸੋ ਦੇਅਰਫੋਰ ਇਹ ਵਾਲੀ ਗੱਲ ਆਪਣੇ ਦਿਮਾਗ 'ਚ ਆਪਾਂ ਚੰਗੀ ਤਰ੍ਹਾਂ ਬਿਠਾਉਣੀ ਆ, ਇਹ ਜ਼ਰੂਰੀ ਆ ਇਹ ਸਾਰਾ ਕੁਛ। ਸੋ ਇਹ ਆਪਣੇ ਕੋਲ ਆਂਗਸਟਰੋਮ
ਦੀ ਗੱਲ ਆਪਾਂ ਕਰਦੇ ਕਰਦੇ ਨੈਨੋ ਤੇ ਆਏ। ਨੈਨੋ ਤੋਂ ਮੈਂ ਤੁਹਾਨੂੰ ਮਿਲੀਮੀਟਰ ਦੇ ਬਾਰੇ ਦੱਸਣ ਲੱਗ ਗਿਆ। ਮੇਰੇ ਖਿਆਲ ਹੁਣ ਕਾਫੀ ਹੱਦ ਤੱਕ ਤੁਹਾਨੂੰ ਮਿਲੀਮੀਟਰ ਕਲੀਅਰ ਹੋ ਗਿਆ ਹੋਣਾ। ਸੋ ਆ ਜਿਹੜੇ 5 ਤੇ 6 ਦੇ ਵਿਚਕਾਰ ਲਕੀਰਾਂ ਆ ਛੋਟੀਆਂ ਛੋਟੀਆਂ, ਕੋਈ ਵੀ ਦੋ ਲਕੀਰਾਂ ਦੇ ਵਿਚਕਾਰ ਕੋਈ ਵੀ ਦੋ ਲਕੀਰਾਂ ਜਿਹੜੀਆਂ ਮਰਜ਼ੀ ਦੇਖ ਲਓ, ਇਹ ਨਹੀਂ ਕੋਈ ਵੀ ਆਹ ਵਾਲੀ ਲਕੀਰ ਮੰਨ ਲਓ ਮੈਂ ਇੱਥੇ ਲੈ ਰਿਹਾ, ਅਤੇ ਇਹਦੇ ਨਾਲ ਦੀ ਆਹ ਲਕੀਰ, ਇਹ 1 ਮਿਲੀਮੀਟਰ ਆ। ਮਤਲਬ ਕਿ ਆਹ ਜਿਹੜੀ ਦੂਰੀ ਆਹ ਵਾਲੀ ਇੰਨੀ 1 ਮਿਲੀਮੀਟਰ ਆ। ਆਹ ਵਾਲੀ ਇੱਕ ਜਿਹੜੀ ਦੂਰੀ ਆਹ ਵਾਲੀ ਇੰਨੀ ਕੁ ਦੂਰੀ 1 ਮਿਲੀਮੀਟਰ ਆ। ਆਹ ਵਾਲੀ ਦੂਰੀ 1 ਮਿਲੀਮੀਟਰ। ਮਤਲਬ ਸਾਰੀਆਂ ਜਾਂ ਬਰੀਕ ਬਰੀਕ ਆਪਾਂ ਆ 1 2 3 4 ਮਟੇ ਦਈਏ ਇੱਥੋਂ, ਤਾਂ ਫਿਰ ਅਸੀਂ ਛੋਟੀਆਂ ਛੋਟੀਆਂ ਲਕੀਰਾਂ ਹੀ ਦੇਖੀਏ ਤਾਂ ਫਿਰ 1 ਮਿਲੀਮੀਟਰ 1 ਮਿਲੀਮੀਟਰ 1 ਮਿਲੀਮੀਟਰ ਆ। ਮਤਲਬ ਇੱਥੇ ਕਿੰਨੇ ਮਿਲੀਮੀਟਰ ਹੋਏ, ਕਿਉਂਕਿ ਇੱਥੇ 15 ਤੱਕ ਟੋਟਲ ਆ ਅਤੇ ਹਰ ਇੱਕ ਵਿੱਚ 10 ਆ, ਅਤੇ ਟੋਟਲ ਫਿਰ ਕਿੰਨੇ ਆ ਗਏ 150। ਮਤਲਬ ਬਰੀਕ ਬਰੀਕ ਜਿਹੜੇ ਡਿਸਟੈਂਸ ਵਿੱਚ ਅਸੀਂ ਮੇਜਰ ਕਰ ਸਕਦੇ ਹਾਂ ਉਹ 150 ਮਿਲੀਮੀਟਰ ਨਾਪ ਸਕਦੇ ਹਾਂ। ਸੋ ਅਸੀਂ ਸੈਂਟੀਮੀਟਰ ਅਤੇ ਮਿਲੀਮੀਟਰ ਦੀ ਗੱਲ ਕਰਦੇ ਪਏ ਹਾਂ। ਇੱਥੇ ਉਹਨੇ ਮਿਲੀਮੀਟਰ ਨੂੰ ਹੋਰ ਜ਼ਿਆਦਾ ਬਰੀਕੀ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਆ। ਮਤਲਬ ਉਹਨੇ ਅੱਧਾ ਮਿਲੀਮੀਟਰ ਵੀ ਨਾਪਣ ਦੀ ਕੋਸ਼ਿਸ਼ ਕੀਤੀ ਆ ਵੀ ਹੋ ਸਕਦਾ ਤੁਹਾਨੂੰ ਬਹੁਤ ਐਕੂਰੇਸੀ ਚਾਹੀਦੀ ਹੋਵੇ, ਜਿੱਦਾਂ ਮੰਨ ਲਓ ਤੁਸੀਂ ਕੋਈ ਪੁਰਜਾ ਬਣਾਉਣਾ, ਕੋਈ ਨਟ ਬੋਲਟ ਬਣਾਉਣਾ, ਤਾਂ ਉਸ ਵੇਲੇ ਮਿਸਤਰੀਆਂ ਨੂੰ ਜਿਹੜੇ ਅੱਧੇ ਮਿਲੀਮੀਟਰ ਦੀ ਵੀ ਲੋੜ ਪੈ ਸਕਦੀ ਆ। ਸੋ ਦੇਅਰਫੋਰ ਇੱਥੇ ਅੱਧਾ ਮਿਲੀਮੀਟਰ ਲਈ ਵੀ ਜਗ੍ਹਾ ਛੱਡੀ ਹੋਈ ਆ। ਸੋ ਸਭ ਤੋਂ ਪਹਿਲਾਂ ਤਾਂ ਮਿਲੀਮੀਟਰ ਦਿਮਾਗ 'ਚ ਬਹਿ ਜਾਣਾ ਚਾਹੀਦਾ ਕਿ ਮਿਲੀਮੀਟਰ ਹੁੰਦਾ ਕਿੰਨਾ ਆ। ਸੋ ਆਈ ਥਿੰਕ ਉਹ ਬੈਠ ਗਿਆ ਹੋਣਾ ਹੁਣ ਦਿਮਾਗ ਦੇ ਵਿੱਚ। ਸੋ ਹੁਣ ਮਿਲੀਮੀਟਰ ਤੋਂ ਆਪਾਂ ਅੱਗੇ ਚੱਲਦੇ ਹਾਂ। ਸੋ ਨਾਓ ਵੀ ਹੈਵ ਦਾ ਸਕੇਲ। ਸੋ ਮੈਂ ਉਹੀ ਸਕੇਲ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਵੀ 0 ਤੋਂ ਲੈ ਕੇ 1 ਸੈਂਟੀਮੀਟਰ ਤੱਕ ਮੰਨ ਲਓ ਕੋਈ ਹੈਗਾ, ਤਾਂ ਇਹਦੇ ਵਿੱਚ ਕੋਈ ਦੋ ਲਕੀਰਾਂ ਜਿਹੜੀਆਂ ਮੈਂ ਅੱਗੇ ਐਕਸਟੈਂਡ ਕੀਤੀਆਂ। ਸੋ ਇਹ ਜਿਹੜੀਆਂ ਦੋ ਲਕੀਰਾਂ ਹੈਗੀਆਂ, ਸੋ ਇਹ ਦੋ ਲਕੀਰਾਂ ਜਿਹੜੀਆਂ ਸੋ ਯੂ ਕੈਨ ਸੀ ਇਹ ਦੋ ਲਕੀਰਾਂ ਜਿਹੜੀਆਂ ਹੈਗੀਆਂ ਇਹ ਮਿਲੀਮੀਟਰ ਨੂੰ ਸ਼ੋ ਕਰਦੀਆਂ ਪਈਆਂ। ਕੋਈ ਵੀ ਦੋ ਲੈ ਲਓ, ਆਹ ਵਾਲੀਆਂ ਦੋ ਲੈ ਲਓ, ਬੇਸ਼ੱਕ ਆਹ ਵਾਲੀ ਅਤੇ ਆਹ ਵਾਲੀ ਲੈ ਲਓ। ਸੋ ਆਹ ਵਾਲੀ ਲਕੀਰ ਅਤੇ ਆਹ ਵਾਲੀ ਲਕੀਰ ਦੇ ਵਿੱਚ ਜਿਹੜੀ ਆਹ ਵਾਲਾ ਡਿਸਟੈਂਸ ਆ, ਕੋਈ ਵੀ ਦੋ ਲਕੀਰਾਂ 'ਚ ਡਿਸਟੈਂਸ ਆ ਉਹ 1 ਮਿਲੀਮੀਟਰ ਆ। ਸੋ ਮਤਲਬ 0 ਤੋਂ ਲੈ ਕੇ 1 ਸੈਂਟੀਮੀਟਰ ਤੱਕ ਆ 0 ਆ। ਇਹ ਪਹਿਲੀ ਲਕੀਰ, ਦੂਜੀ, ਤੀਜੀ, ਚੌਥੀ, ਪੰਜਵੀਂ, 6ਵੀਂ, 7ਵੀਂ, 8ਵੀਂ, 9ਵੀਂ ਅਤੇ 10ਵੀਂ ਲਕੀਰ। ਮਤਲਬ ਟੋਟਲ ਲਕੀਰਾਂ 11 ਆ। ਇਹਨੂੰ 0 ਮੰਨਦੇ ਹਾਂ, ਇਸ ਲਈ ਇਹਨੂੰ ਗਿਣਦੇ ਨਹੀਂ। ਪਹਿਲੀ, ਦੂਜੀ ਇੱਦਾਂ ਸ਼ੁਰੂ ਕਰਦੇ ਹਾਂ ਆਪਾਂ। ਸੋ ਇਹਦੇ ਵਿੱਚ ਫਿਰ ਟੋਟਲ 0 ਤੋਂ ਲੈ ਕੇ 1 ਤੱਕ 1 ਮਿਲੀਮੀਟਰ, ਫਿਰ 2 ਮਿਲੀਮੀਟਰ 0 ਤੋਂ ਇੱਥੇ ਤੱਕ, ਫਿਰ 0 ਤੋਂ ਇੱਥੇ ਤੱਕ 3, 0 ਤੋਂ ਇੱਥੇ 4, 0 ਤੋਂ ਇੱਥੇ ਤੱਕ 5। ਪਰ ਜੇ ਅਸੀਂ ਇੱਥੋਂ ਇੱਥੇ ਰਹਿਣਾ ਵਾ ਫਿਰ 1 ਮਿਲੀਮੀਟਰ ਹੀ ਆ। ਜੇ ਅਸੀਂ ਸਿਰਫ ਇਹਨਾਂ ਦੋ ਲਕੀਰਾਂ ਦੇ ਵਿਚਕਾਰ ਰਹਿਣਾ ਤਾਂ 1 ਮਿਲੀਮੀਟਰ ਆ। ਸੋ 1 ਮਿਲੀਮੀਟਰ ਮਤਲਬ ਇੰਨੀ ਕੁ ਜਗ੍ਹਾ, ਇੰਨੀ ਕੁ ਜਗ੍ਹਾ। ਸੋ ਆਹ ਜਿਹੜੀ ਇੰਨੀ ਕੁ ਜਗ੍ਹਾ ਸਕੇਲ ਦੇ ਹਿਸਾਬ ਨਾਲ, ਸੋ ਆਹ ਵਾਲੇ ਸਕੇਲ ਨੂੰ ਜੇ ਸਹੀ ਢੰਗ ਨਾਲ ਦੇਖ ਲਓ ਤਾਂ ਇਹ ਵਾਲੇ ਸਕੇਲ ਦੀਆਂ ਕੋਈ ਵੀ ਦੋ ਲਕੀਰਾਂ ਦੇ ਵਿਚਕਾਰ ਵਾਲੀ ਜਿਹੜੀ ਜਗ੍ਹਾ ਆ, ਸੋ ਕੋਈ ਵੀ ਜਿਹੜੀ ਜਗ੍ਹਾ ਪ੍ਰੈਕਟੀਕਲੀ ਜੇ ਤੁਸੀਂ ਬਣਾ ਕੇ ਦੇਖਣਾ ਤਾਂ ਆਹ ਇੱਕ ਆਹ ਬਣਿਆ ਅਤੇ ਇੱਕ ਆਹ ਬਣਿਆ। ਅਸਲ ਵਿੱਚ ਇਹ ਇੰਨਾ ਮਿਲੀਮੀਟਰ ਆ। ਆਹ ਦੋ ਜਿਹੜੇ ਡੋਟ ਲਾਏ ਇਹਨਾਂ ਵਿੱਚ ਜਿਹੜੀ ਜਗ੍ਹਾ ਆ ਇੰਨੀ ਜਗ੍ਹਾ। ਸੋ ਦਿਸ ਇਜ਼ 1 mm। ਸੋ ਇਹ 1 mm ਆ। ਹੁਣ ਇਹ 1 mm ਮਿਲੀ, ਇਹ ਮੀਟਰ ਦਾ 1000ਵਾਂ ਹਿੱਸਾ ਹੁੰਦਾ। ਮਿਲੀ ਬਾਰੇ ਆਪਾਂ ਪਹਿਲਾਂ ਪੜ੍ਹ ਚੁੱਕੇ ਕਿ ਮਿਲੀ ਹੁੰਦਾ ਕੌਣ ਆ। ਮਿਲੀ ਹੁੰਦਾ ਮੀਟਰ ਦਾ, ਕਿਉਂਕਿ ਇਹਦੇ ਅੱਗੇ ਮੀਟਰ ਲੱਗਾ ਹੈ। ਮਿਲੀ ਮੈਨੇ ਹਮੇਸ਼ਾ 1/1000 ਹੁੰਦਾ। ਸੋ ਇੱਥੇ ਵੀ 1/1000 ਨੂੰ -3 ਆਪਾਂ ਲਿਖਦੇ ਹੁੰਦੇ ਹਾਂ, 10⁻³ ਮੀਟਰ। ਦੈਨ ਅਸੀਂ ਇਹਨੂੰ ਜੇ ਜ਼ੂਮ ਕਰ ਲਈਏ, ਜਿੱਦਾਂ ਅੱਜ ਕੱਲ੍ਹ ਤੁਹਾਡੇ ਕੋਲ ਮੋਬਾਈਲ ਹੁੰਦੇ ਸੀ, ਕਿਸੇ ਚੀਜ਼ ਨੂੰ ਜ਼ੂਮ ਕਰਕੇ ਦੇਖ ਸਕਦੇ ਹੁੰਦੇ ਹਾਂ। ਸੋ ਇਫ ਯੂ ਜ਼ੂਮ ਇਟ 1000 ਟਾਈਮਸ, ਮਤਲਬ ਇਹਨੂੰ ਇੰਨਾ ਵੱਡਾ ਕਰ ਲਿਆ 1 ਮਿਲੀਮੀਟਰ ਨੂੰ, 1 ਮਿਲੀਮੀਟਰ ਆ, ਇਹਨੂੰ ਅਸੀਂ ਬਹੁਤ ਵੱਡਾ ਕਰਕੇ ਇਹਦੇ ਵਿਚਕਾਰ 1000 ਹੋਰ ਟੁਕੜੇ ਕਰ ਦਈਏ। ਹੁਣ ਤੁਸੀਂ ਧਿਆਨ ਨਾਲ ਸੋਚੋ, ਆਹ ਮਿਲੀਮੀਟਰ ਆ ਸੱਚੀ ਮੁੱਚੀ ਜਿਹਨੂੰ ਤੁਸੀਂ ਜਾਣਦੇ ਆ, ਜਿਹਨੂੰ ਤੁਸੀਂ ਦੇਖਿਆ ਹੋਇਆ, ਜਿਹੜਾ ਤੁਹਾਡੇ ਦਿਮਾਗ 'ਚ ਬੈਠਿਆ ਹੋਇਆ, ਉਹ ਵਾਲੇ ਮਿਲੀਮੀਟਰ ਦੇ 1000 ਟੁਕੜੇ ਕਰਤੇ ਤੁਸੀਂ ਇੱਦਾਂ ਜ਼ੂਮ ਕਰਕੇ। 1000 ਟੁਕੜੇ ਕਰਕੇ ਤਾਂ ਫਿਰ ਉਹਦੇ ਵਿੱਚੋਂ ਇੱਕ ਕੋਈ ਹੋਰ ਟੁਕੜਾ, ਜਿੱਦਾਂ ਮਿਲੀਮੀਟਰ ਲੈ ਰਹੇ ਸੀ ਇੱਦਾਂ ਇੱਕ ਦੋ ਲਕੀਰਾਂ ਲਈਆਂ, ਕੋਈ ਵੀ ਦੋ ਲਕੀਰਾਂ। ਸੋ ਇਹਦੇ ਵਿੱਚ ਜਿਹੜੇ 1000 ਟੁਕੜੇ ਕੀਤੇ, ਸੋ ਉਹ ਇੱਕ ਹਿੱਸਾ 1 ਪਾਰਟ ਲਿਆ। ਜਿੱਦਾਂ ਇੱਥੇ ਮਿਲੀਮੀਟਰ 'ਚ 1 ਪਾਰਟ ਆਪਾਂ ਲੈ ਰਹੇ ਸੀ, ਇੱਦਾਂ ਹੀ ਮਿਲੀਮੀਟਰ ਦੇ, ਧਿਆਨ ਨਾਲ ਸਮਝੋ, 1 ਮਿਲੀਮੀਟਰ ਦੇ ਕਿੰਨੇ ਟੁਕੜੇ ਕਰਤੇ, 1000 ਟੁਕੜੇ ਕਰਤੇ। ਉਹ 1000 ਟੁਕੜਿਆਂ ਦੇ ਵਿੱਚੋਂ ਇੱਕ ਹਿੱਸਾ ਫਿਰ ਚੁੱਕ ਲਿਆ। ਉਹ ਵਾਲਾ ਇੱਕ ਹਿੱਸਾ 1/1000 ਬਣ ਗਿਆ, ਮਿਲੀਮੀਟਰ ਦਾ 1000ਵਾਂ ਹਿੱਸਾ ਬਣ ਗਿਆ ਇੱਕ ਟੁਕੜਾ। ਅਤੇ 1/1000 ਕਿੰਨਾ ਹੁੰਦਾ, -3 ਮਿਲੀਮੀਟਰ। ਇਹਦਾ ਮਤਲਬ ਮਿਲੀਮੀਟਰ ਤਾਂ ਪਹਿਲਾਂ ਹੀ -3 ਮੀਟਰ ਸੀਗਾ। ਇਹਦਾ ਮਤਲਬ -3 ਇਹਦੇ ਅਤੇ ਆਹ ਵਾਲੇ -3 ਮਿਲ ਕੇ 10⁻⁻6 ਮੀਟਰ ਬਣ ਗਏ। ਇਹਦਾ ਮਤਲਬ ਹੁਣ ਜਿਹੜਾ ਆਪਾਂ ਮਿਲੀਮੀਟਰ ਤੋਂ ਗਾਂਹ 1000 ਟੁਕੜੇ ਕਰਤੇ ਤਾਂ ਅਸੀਂ 10⁻⁻6 ਮੀਟਰ 'ਤੇ ਪਹੁੰਚ ਗਏ। ਇਹਨੂੰ ਕਹਿੰਦੇ ਆ ਮਾਈਕਰੋਮੀਟਰ। ਮਾਈਕਰੋ, ਆਹ ਜਿਹੜਾ ਨਿਸ਼ਾਨ ਆ ਇਹਦਾ ਨਾਂ ਹੈਗਾ ਮਿਊ। ਕੀ ਨਾਂ ਇਹਦਾ, MU, ਮਿਊ। ਹਾਂ, ਇਹ ਯੂ ਨਹੀਂ ਹੈਗਾ, ਇਹਦੇ ਪਿੱਛੇ ਲੰਬੀ ਡੰਡੀ ਆ, ਫਿਰ ਇਹਨੂੰ ਐਂ ਯੂ ਵਰਗਾ ਹੀ ਕੀਤਾ ਵਾ, ਪਰ ਉੱਪਰੋਂ ਐਂ ਕਰਤਾ ਥੱਲੇ ਤੱਕ ਲਿਆ ਕੇ। ਸੋ ਇਹਨੂੰ ਮਿਊ ਕਹਿੰਦੇ ਆ। ਸੋ ਦਿਸ ਇਜ਼ ਗ੍ਰੀਕ।
ਹੋਰ ਭਾਸ਼ਾ ਦਾ ਅੱਖਰ ਆ ਇਹ, ਹੋਰ ਭਾਸ਼ਾ ਦੀ ABC ਆ। ਸੋ ਦਿਸ ਇਜ਼ ਮਿਊ ਮਾਈਕਰੋ, ਸੋ ਮਾਈਕਰੋਮੀਟਰ। ਸੋ ਇਹ ਧਿਆਨ ਰੱਖਣਾ ਕਿ ਇਹਨੂੰ ਕਿੱਦਾਂ ਬਣਾਉਣਾ ਹੈਗਾ। ਇਹ ਲੰਬਾ, ਕਾਫੀ ਲੰਬਾ ਲਿਆ ਕੇ ਫਿਰ ਯੂ ਵਰਗਾ ਬਣਾ ਕੇ ਫਿਰ ਯੂ ਦੀ ਆਹ ਵਾਲੀ ਡੰਡੀ 'ਤੇ ਘੁੰਡੀ ਪਾ ਕੇ ਥੱਲੇ ਤੱਕ ਲਿਆ ਕੇ ਮੋੜਨਾ ਉਹਨੂੰ। ਸੋ ਇਹ ਧਿਆਨ ਰੱਖਣਾ। ਸੋ ਦਿਸ ਇਜ਼ ਮਿਊ, ਸੋ ਮਾਈਕਰੋਮੀਟਰ ਮਤਲਬ ਆਹ ਵਾਲੀ ਚੀਜ਼, ਜਿੱਦਾਂ ਉਹਨੂੰ ਨੈਨੋ ਕਿਹਾ ਹੈ, -9 ਨੂੰ ਅਸੀਂ ਨੈਨੋ ਕਿਹਾ। ਦਿਸ ਥਿੰਗ ਇਜ਼ ਨੋਨ ਐਜ਼ N। ਸੋ ਇੱਥੇ ਆਪਾਂ N ਲਿਖਿਆ ਦੇਖੋ। ਸੋ -9 ਦੀ ਥਾਂ 'ਤੇ 10 to power -9 ਇਜ਼ N। ਸੋ ਇੱਦਾਂ ਹੀ 10 to power -6 ਇਜ਼ ਮਿਊ ਮਾਈਕਰੋ। ਸੋ ਦਿਸ ਇਜ਼ ਮਾਈਕਰੋਮੀਟਰ। ਸੋ ਦੈਨ ਮਾਈਕਰੋਮੀਟਰ, ਜਦੋਂ ਹੁਣ ਮਾਈਕਰੋਮੀਟਰ 'ਤੇ ਪਹੁੰਚ ਗਏ, ਮਤਲਬ 1 ਮੀਟਰ ਦਾ 10 ਲੱਖਵਾਂ ਹਿੱਸਾ 1 ਮੀਟਰ ਦਾ। ਆਪਾਂ ਜਿੱਦਾਂ ਹੁਣੀ ਦੇਖਿਆ ਸੀ ਕਿ ਇੱਥੇ 150 ਮਿਲੀਮੀਟਰ ਬਣੇ ਆਪਣੇ ਕੋਲ। ਸੋ 150 ਮਿਲੀਮੀਟਰ ਆ ਇਹਦੇ ਵਿੱਚ। ਸੋ 15 ਸੈਂਟੀਮੀਟਰ ਆ, ਅਤੇ 15 ਸੈਂਟੀਮੀਟਰ ਨੂੰ ਤੁਸੀਂ ਕਿੰਨੀ ਵਾਰੀ ਨਾਪ ਲਓ ਤਾਂ 1 ਮੀਟਰ ਜਿਹੜਾ ਹੈਗਾ ਯੂ ਵਿਲ ਗੈਟ 1 ਮੀਟਰ। ਸੋ ਜਿੱਦਾਂ ਹੁਣ ਇੱਥੇ ਆਪਾਂ 15 ਰੱਖਿਆ, ਫਿਰ ਇਹਨੂੰ ਗਾਂਹ ਰੱਖੀਏ ਫਿਰ 30 ਹੋ ਜੂਗਾ, ਫਿਰ ਇੱਦਾਂ ਹੀ ਫਿਰ ਰੱਖੀਏ ਫਿਰ 45 ਹੋ ਜੂਗਾ, ਹੈ ਨਾ। ਫਿਰ ਇੱਦਾਂ ਹੀ 50-60 ਹੋ ਜੂਗਾ, ਫਿਰ 75 ਹੋ ਜੂਗਾ, 70-75, ਫਿਰ ਦੈਨ ਜੋ ਹੈ 90, ਫਿਰ ਇੱਦਾਂ ਹੀ 100। ਮਤਲਬ ਇਹ ਜਿਹੜਾ ਇਹਨੂੰ ਕਿੰਨੀ ਵਾਰੀ ਆਪਾਂ ਰੱਖੀਏ ਤਾਂ ਕਿ ਆਪਣੇ ਕੋਲ ਜਿਹੜਾ ਹੈਗਾ ਟੋਟਲ 100 ਸੈਂਟੀਮੀਟਰ ਬਣ ਜਾਣ। ਸੋ 100 ਸੈਂਟੀਮੀਟਰ ਲਈ ਇਹ ਕਿੰਨਾ ਲੰਬਾ ਹੋਣਾ ਚਾਹੀਦਾ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਆਹ 15 ਆ, ਠੀਕ ਹੈ ਨਾ, 15 ਆ। ਮਤਲਬ ਜੇ ਆਪਾਂ 10 ਤੱਕ ਇਹਨੂੰ ਤੋੜ ਦਈਏ ਵੀ ਇੱਥੇ ਤੱਕ ਹੀ ਆ ਸਾਡੇ ਕੋਲ ਇਹ ਸਕੇਲ, 10 ਤੱਕ, ਇੱਥੇ ਤੱਕ 10 ਤੱਕ ਆ ਸਿਰਫ। ਸੋ ਜਿਸ 'ਚ 10 ਦਿਖਦਾ ਤਾਂ ਇਹਦਾ ਮਤਲਬ 10 ਇੰਨਾ ਹਿੱਸਾ ਜਿਹੜਾ ਹੈਗਾ, ਇੰਨਾ ਹਿੱਸਾ, ਇੰਨਾ ਟੁਕੜਾ, ਇਹਨੂੰ ਆਪਾਂ 10 ਵਾਰੀ ਨਾਲ ਜੋੜੀਏ। ਇੱਦਾਂ ਦੇ 10-10 ਵਾਲੇ 10 ਵਾਰੀ ਇੱਕ ਦੂਜੇ ਦੇ ਨਾਲ ਜੋੜ ਦਈਏ ਤਾਂ ਜਿੰਨਾ ਲੰਬਾ ਬਣੂਗਾ, ਸੋ ਦੈਟ ਵਿਲ ਬੀ ਯੂਅਰ 1 ਮੀਟਰ। ਸੋ ਫਿਰ ਤੁਹਾਡਾ 1 ਮੀਟਰ ਹੋਊਗਾ। ਮਤਲਬ 100 ਸੈਂਟੀਮੀਟਰ ਜਦੋਂ ਜੁੜ ਜਾਂਦੇ ਆ। 100 ਸੈਂਟੀਮੀਟਰ ਜੇ ਇੱਥੇ 10 ਲਓਗੇ ਤਾਂ 10 ਵਿੱਚ 10 ਮਿਲੀਮੀਟਰ ਇਕੱਠੇ ਕਰਕੇ 100 ਮਿਲੀਮੀਟਰ ਬਣ ਗਏ ਇੱਥੇ। ਅਤੇ ਜੇ ਤੁਸੀਂ 10 ਵਾਰੀ 10 ਲਓਗੇ ਤਾਂ 100 ਸੈਂਟੀਮੀਟਰ ਬਣਿਆ, ਤਾਂ 1000 ਮਿਲੀਮੀਟਰ ਬਣਿਆ। ਇਹਦਾ ਮਤਲਬ ਇਸ ਕਰਕੇ ਜਿਹੜਾ 1 ਮਿਲੀਮੀਟਰ ਆ ਉਹ 1000ਵਾਂ ਹਿੱਸਾ ਹੁੰਦਾ ਵਾ ਮੀਟਰ ਦਾ। ਅਤੇ ਮੀਟਰ ਦਾ 1000ਵਾਂ ਹਿੱਸਾ, ਹੁਣ ਅਸੀਂ ਉਹ ਤਾਂ ਚਲੋ ਮੀਟਰ ਨੂੰ ਅਸੀਂ ਸੋਚ ਸਕਦੇ ਹਾਂ ਕਿ ਵੱਡਾ ਹੈਗਾ, ਵੀ ਮਿਲੀਮੀਟਰ ਦੇ ਫਿਰ 1000 ਟੁਕੜੇ ਕੀਤੇ। 1000 ਟੁਕੜੇ ਕਰਕੇ ਜਿਹੜਾ ਉਹ ਨਾਪ ਆਇਆ, ਉਹ ਵਾਲਾ ਨਾਪ ਅਸੀਂ ਦੇਖ ਨਹੀਂ ਸਕਦੇ, ਬਹੁਤ ਬਰੀਕ ਹੋ ਗਿਆ। ਜੇ ਆਪਾਂ ਕਹੀਏ ਕਿ ਅਸੀਂ ਮਾਈਕਰੋਮੀਟਰ 'ਚ ਦੇਖ ਸਕਦੇ ਹਾਂ ਤਾਂ ਅਸੀਂ ਨਹੀਂ ਦੇਖ ਸਕਦੇ, ਉਹ ਬਹੁਤ ਬਰੀਕ ਹੋ ਗਿਆ, ਇੰਨਾ ਜ਼ਿਆਦਾ ਬਰੀਕ ਹੋ ਗਿਆ ਕਿ ਸਾਨੂੰ ਉਹ ਚੀਜ਼ ਦਿਖਣੀ ਨਹੀਂ ਹੈਗੀ, ਇੰਨੀ ਬਰੀਕ ਚੀਜ਼। ਸੋ ਇਹ ਬਣ ਗਿਆ ਫਿਰ 10 to -6 ਮੀਟਰ। ਜੇ ਮੀਟਰ ਨੂੰ ਆਪਾਂ ਦੇਖੀਏ ਵੀ 100 ਜਿਹੜਾ ਸੈਂਟੀਮੀਟਰ ਵਾਲਾ ਆਪਾਂ ਦੇਖਿਆ, 100 ਸੈਂਟੀਮੀਟਰ ਵਾਲੀ ਜਿਹੜੀ ਚੀਜ਼ ਆ ਉਹ 1 ਮੀਟਰ ਹੁੰਦੀ ਆ। ਸੋ ਇਹ ਤੁਸੀਂ, ਮੈਂ ਬਾਰ-ਬਾਰ ਕਹਿੰਦਾ ਰਹਿੰਦਾ ਕਿ ਤੁਸੀਂ ਕੱਪੜੇ ਵਾਲੀ ਦੁਕਾਨ 'ਤੇ ਜਾਓ ਤਾਂ ਲੋਹੇ ਦੇ ਡੰਡੇ ਨਾਲ ਕੱਪੜਾ ਫਾੜ ਕੇ ਦਿੰਦੇ ਆ ਨਾਪ ਕੇ। ਸੋ ਜਿਹੜਾ ਲੋਹੇ ਦਾ ਡੰਡਾ ਉਹਨਾਂ ਕੋਲ ਹੁੰਦਾ ਨਾਪਣ ਲਈ, ਉਹ 1 ਮੀਟਰ ਹੁੰਦਾ। ਸੋ ਇਹ -3 ਮਿਲੀਮੀਟਰ ਆ। ਸੋ -3 -6 ਮੀਟਰ ਬਣ ਗਿਆ ਤਾਂ ਮਾਈਕਰੋਮੀਟਰ। ਸੋ ਦਿਸ ਇਜ਼ ਮਾਈਕਰੋਮੀਟਰ। ਹੁਣ ਆਪਾਂ ਕੀ ਕਰਦੇ ਹਾਂ, ਇਹ ਤੋਂ ਅੱਗੇ ਹੋਰ ਇਹਦਾ ਜਿਹੜਾ ਆ ਇੱਕ ਟੁਕੜਾ ਲਿਆ ਮਾਈਕਰੋ ਵਾਲਾ, ਇਹਦੇ ਫਿਰ 1000 ਟੁਕੜੇ ਕਰ ਦਿੰਦੇ ਹਾਂ। 1000 ਟੁਕੜੇ ਕਿਹਦੇ? 1 ਮਾਈਕਰੋਮੀਟਰ ਦੇ। 1 ਮਾਈਕਰੋਮੀਟਰ ਦੇ ਇੱਕ ਜਿਹੜਾ ਹੈ, ਕਿਉਂਕਿ ਇਹਦਾ ਨਾਮ 1 ਮਾਈਕਰੋਮੀਟਰ ਰੱਖਿਆ ਆਪਾਂ। ਆ ਬਰੀਕ ਜਿਹਾ ਟੁਕੜਾ ਜਿਹੜਾ ਆਪਾਂ ਲੈ ਰਹੇ ਹਾਂ, ਆਹ ਵਾਲਾ ਜਿਹੜਾ। ਸੋ ਇਹਨੂੰ ਫਿਰ ਆਪਾਂ ਅੱਗੇ 1000 ਟੁਕੜੇ ਕਰਤੇ। ਜਦੋਂ ਇਹਦੇ ਫਿਰ 1000 ਟੁਕੜੇ ਕਰਤੇ, ਇਹਦੇ ਵਿੱਚੋਂ ਫਿਰ ਇੱਕ ਪਾਰਟ ਆਪਾਂ ਲਿਆ। ਉਹ ਜਿਹੜਾ ਇੱਕ ਪਾਰਟ ਲਿਆ ਹੁਣ ਉਹ ਕੀ ਬਣ ਜਾਊਗਾ? ਉਹ ਬਣ ਜਾਊਗਾ 10 to -9 ਮੀਟਰ। ਉਹ ਹੁਣ ਇੱਥੇ ਪਹੁੰਚ ਗਏ ਆਪਾਂ। ਤੁਸੀਂ ਆਪੇ ਦੇਖੋ ਮਾਈਕਰੋ ਤੱਕ ਸਾਨੂੰ ਦਿਖਣਾ ਬੰਦ ਹੋ ਗਿਆ ਸੀ ਜਦੋਂ ਅਸੀਂ 1 ਮਿਲੀਮੀਟਰ ਦੇ 1000 ਟੁਕੜੇ ਕਰਤੇ ਸੀ। ਆ 1 ਮਿਲੀਮੀਟਰ ਇੰਨਾ ਕਿਹਾ, ਇਹਦੇ ਤੁਸੀਂ ਖੜੇ ਦਾ ਇੱਦਾਂ 1000 ਟੁਕੜੇ ਕੀਤੇ, ਉਹ ਇੰਨੇ ਬਰੀਕ ਟੁਕੜੇ ਹੋ ਗਏ ਕਿ ਤੁਹਾਨੂੰ ਉਹ ਚੀਜ਼ ਦਿਖਣੀ ਬੰਦ ਹੋ ਗਈ। ਉਸ ਤੋਂ ਬਾਅਦ ਤੁਸੀਂ ਇਹਦੇ ਇੱਕ ਟੁਕੜੇ 'ਚੋਂ ਜਿਹੜਾ ਤੁਹਾਨੂੰ ਦਿਖ ਹੀ ਨਹੀਂ ਰਿਹਾ, ਉਹ ਵਾਲੇ ਇੱਕ ਟੁਕੜੇ ਦੇ ਫਿਰ 1000 ਟੁਕੜੇ ਕੀਤੇ, ਤਾਂ ਹੁਣ ਉਹ ਵਾਲੇ 1000 ਟੁਕੜਿਆਂ 'ਚੋਂ ਇੱਕ ਟੁਕੜਾ ਚੁੱਕਣਾ ਵਾ। ਉਹ ਵਾਲਾ ਇੱਕ ਟੁਕੜਾ ਜਿਹੜਾ ਹੈਗਾ ਉਹ 10 to power -9 ਮੀਟਰ ਬਣਨਾ, ਜਿਹਨੂੰ ਅਸੀਂ ਨੈਨੋਮੀਟਰ ਕਹਿਣਾ ਆ। ਜਿਹਨੂੰ ਅਸੀਂ ਕੀ ਕਹਿਣਾ? ਨੈਨੋਮੀਟਰ। ਸੋ ਇਹਦਾ ਮਤਲਬ ਨਹੀਂ ਦਿਖਦੇ ਹੋਏ ਚੀਜ਼ ਨੂੰ ਅਸੀਂ ਹੋਰ ਜਿਹੜਾ ਹੈਗਾ ਬਰੀਕੀ 'ਚ ਲੈ ਕੇ ਗਏ, ਅਤੇ ਉਹ ਇੰਨਾ ਬਰੀਕ ਹੋ ਗਏ ਕਿ ਉਹਨੂੰ ਅਸੀਂ ਨੈਨੋਮੀਟਰ ਦਾ ਨਾਮ ਦੇ ਦਿੱਤਾ। ਸੋ ਇਹ ਜਿਹੜੀ ਹੈਗੀ ਤੁਹਾਡੀ ਹਾਈਡਰੋਜਨ ਐਟਮ, ਉਹ 0.1 ਨੈਨੋਮੀਟਰ ਆ। ਮਤਲਬ ਕਿ ਜਿਹੜਾ ਨੈਨੋਮੀਟਰ ਸਕੇਲ ਤੱਕ ਪਹੁੰਚ ਗਏ ਤਾਂ 1 ਨੈਨੋਮੀਟਰ ਦੇ ਫਿਰ 10 ਟੁਕੜੇ ਕੀਤੇ, ਫਿਰ ਉਹ 1/10 ਆਊਗਾ ਨਾ, 10 ਟੁਕੜੇ, 0.1 ਨੈਨੋਮੀਟਰ।
1 ਨੈਨੋਮੀਟਰ ਲੈਵਲ ਤੱਕ ਪਹੁੰਚ ਗਿਆ। 1 ਮਿਲੀਮੀਟਰ ਆ, ਧਿਆਨ ਨਾਲ ਸਮਝੋ, 1 ਮਿਲੀਮੀਟਰ ਆ ਇੰਨਾ ਬਰੀਕ। ਇਹ ਵਾਲੇ ਬਰੀਕ ਦੇ ਖੜੇ ਦਾ ਮਤਲਬ ਕਿ ਜਿੱਦਾਂ ਤੁਹਾਡਾ ਇੱਕ ਬਾਲ ਆ ਸਿਰ ਦਾ, ਉਹ ਵਾਲੇ ਬਾਲ ਨੂੰ ਆਪਾਂ ਕਹੀਏ ਖੜੇ ਦਾ, ਉਹਦੇ 1000 ਟੁਕੜੇ ਕਰ ਦਿਓ ਬਾਲ ਦੇ। ਸੋ ਆਹ ਇੱਕ ਜਿੱਦਾਂ ਇੱਕ ਲਕੀਰ ਵਗੀ ਹੋਈ ਆ, ਇੱਕ ਲਕੀਰ ਵਗੀ ਹੋਈ ਆ ਆਹ ਵਾਲੀ, ਹੈ ਨਾ। ਸੋ ਇਹ ਵਾਲੀ ਲਕੀਰ ਨੂੰ ਮਤਲਬ ਇੱਦਾਂ 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 ਛਿੱਲੀ ਜਾਓ ਇੱਦਾਂ ਖੜੇ ਦਾ, ਇੱਦਾਂ ਨਹੀਂ ਇੱਦਾਂ ਨਹੀਂ, ਇੱਦਾਂ 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 1000 ਟੁਕੜੇ ਕਰਨੇ ਆ, ਇੱਦਾਂ ਇੱਧਰ ਨੂੰ, ਜਿੱਦਾਂ ਬਾਲ ਦੀ ਲੰਬਾਈ ਆ, ਬਾਲ ਦੀ ਲੰਬਾਈ ਵਿੱਚ ਬਾਲ ਦੇ 1000 ਟੁਕੜੇ ਕਰਨੇ ਆ। ਸੋ ਫਿਰ ਉਹ ਜਿਹੜਾ ਇੱਕ ਟੁਕੜਾ ਉਹਨਾਂ 1000 ਟੁਕੜਾਂ 'ਚ ਇੱਕ ਟੁਕੜਾ ਬਚੂਗਾ, ਉਹ ਵਾਲੇ ਟੁਕੜੇ ਦੇ ਫਿਰ 1000 ਟੁਕੜੇ ਕਰਨੇ ਆ, ਠੀਕ ਆ। ਸੋ ਇਹ ਜਦੋਂ ਆਪਾਂ ਇਹ ਸਾਰੀ ਪ੍ਰੋਸੈਸ ਸੋਚੀਏ ਤਾਂ ਫਿਰ ਅਸੀਂ ਨੈਨੋ ਮਾਈਕਰੋਮੀਟਰ 'ਤੇ ਪਹੁੰਚਦੇ ਹਾਂ, ਫਿਰ ਅਸੀਂ ਨੈਨੋਮੀਟਰ 'ਤੇ ਪਹੁੰਚਦੇ ਹਾਂ। ਸੋ ਇਹ ਬਹੁਤ ਇੰਪੋਰਟੈਂਟ ਗੱਲ ਸੀਗੀ ਜਿਹੜੀ ਇਹ ਮੈਨੂੰ ਸਮਝਾਉਣੀ ਪੈਣੀ ਸੀ ਅਤੇ ਸਾਨੂੰ ਸਮਝ ਵੀ ਲੈਣੀ ਚਾਹੀਦੀ ਆ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਹਾਈਡਰੋਜਨ ਦਾ ਐਟਮ ਆ ਉਹ ਐਂਗਸਟ੍ਰੋਮ ਦੇ ਵਿੱਚ ਆ, ਮਤਲਬ ਜੇ ਨੈਨੋਮੀਟਰ 'ਚ ਆਪਾਂ ਨੂੰ ਲੈ ਲਈਏ ਤਾਂ ਬੇਸਿਕਲੀ ਉਹ ਇੰਨਾ ਬਰੀਕ ਆ ਕਿ ਸਾਨੂੰ ਦਿਖਦਾ ਨਹੀਂ ਹੈਗਾ। ਅਸੀਂ ਉਹਨੂੰ ਮਾਈਕਰੋਮੀਟਰ ਜਿਹੜਾ ਸਾਡਾ ਸੂਖਮਦਰਸ਼ੀ ਹੁੰਦਾ ਉਹਦੇ ਵਿੱਚ ਵੀ ਨਹੀਂ ਦੇਖ ਸਕਦੇ। ਅਸੀਂ ਐਟਮਾਂ ਨੂੰ ਹਾਲੇ ਤੱਕ ਦੇਖ ਨਹੀਂ ਸਕੇ, ਉਹ ਇੰਨੇ ਬਰੀਕ ਆ। ਸਾਡੇ ਕੋਲ ਇੰਨੇ ਇੱਦਾਂ ਦੇ ਜਿਹੜੇ ਸੂਖਮਦਰਸ਼ੀ ਆ, ਮਾਈਕਰੋਸਕੋਪ ਆ, ਉਹ ਇੰਨੇ ਵਧੀਆ ਲੈਵਲ ਦੇ ਹਾਲੇ ਅਸੀਂ ਨਹੀਂ ਪੈਦਾ ਕਰ ਸਕੇ ਕਿ ਅਸੀਂ ਐਟਮਾਂ ਨੂੰ ਉੱਦਾਂ ਹੀ ਦੇਖ ਲਈਏ ਵੀ ਚਲੋ ਥੱਲੇ ਰੱਖੋ ਅਤੇ ਦੇਖ ਲਓ ਜੀ ਹਾਈਡਰੋਜਨ ਦੇ ਐਟਮ ਨੱਠੇ ਭੱਜੇ ਫਿਰਦੇ ਆ। ਸੋ ਅਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੂੰਹ ਜ਼ਬਾਨੀ ਹੀ ਕਰਦੇ ਹਾਂ, ਸੋਚ ਸਮਝ ਕੇ ਥਰੈਟੀਕਲੀ ਕਰਦੇ ਹਾਂ, ਆਪਣੇ ਦਿਮਾਗ 'ਚ ਹਿਸਾਬ ਕਿਤਾਬ ਲਾ ਕੇ ਗੱਲਾਂ ਕਰਦੇ ਹਾਂ। ਉੱਦਾਂ ਸਾਨੂੰ ਇਹਨਾਂ ਬਾਰੇ ਦਿਖਦੇ ਨਹੀਂ ਹੈਗੇ ਵੀ ਇਹ ਕੀ ਕਰਦੇ ਪਏ ਆ, ਕਿੱਥੇ ਕੀ ਹੋਊਗਾ। ਅਸੀਂ ਅੰਦਾਜ਼ੇ ਲਾਉਂਦੇ ਹਾਂ ਉਹਨਾਂ ਦੇ ਦੁਆਰਾ ਕੀਤੇ ਹੋਏ ਕੰਮਾਂ ਤੋਂ। ਹੁਣ ਆਪਾਂ ਇੱਕ ਐਟਮ ਤਾਂ ਹੁੰਦਾ ਨਹੀਂ, ਜੇ ਆਪਾਂ ਕਹੀਏ ਜੀ ਆਪਣੇ ਕੋਲ ਇੱਕ ਗੈਸ ਆ, ਉਹ ਗੈਸ ਦਾ ਇੱਕ ਐਟਮ ਥੋੜ੍ਹੀ ਆਪਾਂ ਲੈ ਲਿਆ ਵੀ ਅਸੀਂ ਉਹਨੂੰ ਦੇਖ ਲਿਆ। ਅਸੀਂ ਇੱਕ ਐਟਮ ਨੂੰ ਤਾਂ ਦੇਖ ਹੀ ਨਹੀਂ ਸਕਦੇ, ਜਾਂ ਐਟਮ ਆ ਜਾਂ ਮੋਲੀਕਿਊਲ ਆ, ਵੀ ਕੈਨ ਨੋਟ ਸੀ ਵੀ ਐਟਮ ਜਿਹੜਾ ਹੈਗਾ ਜਾਂ ਮੋਲੀਕਿਊਲ ਜਿਹੜਾ ਹੈਗਾ ਉਹਨੂੰ ਅਸੀਂ ਦੇਖ ਲਈਏ। ਸੋ ਇਹ ਪੋਸੀਬਲ ਹੀ ਨਹੀਂ ਹੈਗਾ, ਅਸੀਂ ਐਟਮ ਅਤੇ ਮੋਲੀਕਿਊਲ ਨੂੰ ਦੇਖ ਹੀ ਨਹੀਂ ਸਕਦੇ। ਸੋ ਪੋਸੀਬਲ ਨਹੀਂ ਹੈਗਾ। ਕਿਉਂ ਨਹੀਂ ਦੇਖ ਸਕਦੇ? ਕਿਉਂਕਿ ਇੰਨੇ ਬਰੀਕ ਆ, ਠੀਕ ਆ। ਸੋ ਇਹ ਇੰਨੇ ਜ਼ਿਆਦਾ ਬਰੀਕ ਆ, ਅਸੀਂ ਉਹਨਾਂ ਨੂੰ ਦੇਖ ਹੀ ਨਹੀਂ ਸਕਦੇ। ਜਿੱਦਾਂ ਆਪਾਂ ਹੁਣੀ ਗੱਲ ਕੀਤੀ, ਕਾਹਦੀ ਗੱਲ ਕੀਤੀ, ਮਿਲੀਮੀਟਰ ਦੀ ਗੱਲ ਕੀਤੀ। ਮਿਲੀਮੀਟਰ ਤਾਂ ਸਾਨੂੰ ਪਤਾ ਲੱਗਦਾ ਕਿ ਮਿਲੀਮੀਟਰ ਆ। ਫਿਰ ਅਸੀਂ ਗੱਲ ਕੀਤੀ, ਬਾਰ-ਬਾਰ ਮੈਂ ਕਿਉਂ ਇਹਨੂੰ ਥੋੜ੍ਹਾ ਲੰਬਾ ਕਰ ਰਿਹਾ ਤਾਂ ਕਿ ਦਿਮਾਗ 'ਚ ਬੈਠ ਜਾਵੇ। ਫਿਰ ਅਸੀਂ ਇਹਦੇ 1000 ਟੁਕੜੇ ਕੀਤੇ ਮਾਈਕਰੋਮੀਟਰ। ਫਿਰ ਆਹ ਜਿਹੜਾ ਮਾਈਕਰੋਮੀਟਰ ਆਇਆ, ਮਾਈਕਰੋਮੀਟਰ ਦੇ ਜਿਹਨੂੰ ਅਸੀਂ ਦੇਖ ਨਹੀਂ ਸਕਦੇ, ਇਹਦੇ ਫਿਰ 1000 ਟੁਕੜੇ ਕੀਤੇ। ਫਿਰ ਅਸੀਂ ਨੈਨੋਮੀਟਰ 'ਤੇ ਆਏ। ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਨੈਨੋਮੀਟਰ ਤੋਂ ਬਾਅਦ, ਜੇ ਨੈਨੋਮੀਟਰ ਦੇ 1 ਨੈਨੋਮੀਟਰ ਦੇ 10-10 ਟੁਕੜੇ ਦੁਆਰਾ ਕਰ ਦਈਏ ਤਾਂ ਫਿਰ ਐਂਗਸਟ੍ਰੋਮ ਆ ਜਾਊਗਾ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿੰਨੀ ਬਰੀਕੀ ਤੱਕ ਅਸੀਂ ਜਿਹੜੀਆਂ ਮੇਜਰਮੈਂਟ ਕਰਦੇ ਹਾਂ। ਸੋ ਨੈਨੋਮੀਟਰ ਦੇ 1000 ਟੁਕੜੇ ਕਰ ਦਿਓ ਤਾਂ ਪਿਕੋਮੀਟਰ ਆ ਜਾਊਗਾ। ਪਿਕੋਮੀਟਰ ਦੇ 1000 ਟੁਕੜੇ ਕਰ ਦਿਓ ਤਾਂ ਫੈਮਟੋਮੀਟਰ, ਫਰਮੀ ਫੈਮਟੋਮੀਟਰ ਆ ਜਾਊਗਾ। ਸੋ ਇਸ ਤਰ੍ਹਾਂ ਅਸੀਂ ਗਾਂਹ ਤੋਂ ਗਾਂਹ ਜਾ ਸਕਦੇ ਹਾਂ ਵੀ ਅਸੀਂ ਕਿੰਨੀ ਬਰੀਕੀ ਚੱਲ ਗਏ। ਜਿਹੜਾ ਆਹ ਵਾਲਾ ਫੈਮਟੋਮੀਟਰ ਹੁੰਦਾ, ਇਹ ਨਿਊਕਲੀਅਸ ਦਾ ਸਾਈਜ਼ ਹੁੰਦਾ। ਮੰਨ ਲਓ ਇੱਕ ਐਟਮ ਆ, ਐਟਮ ਦੇ ਅੰਦਰ ਨਿਊਕਲੀਅਸ ਹੁੰਦਾ, ਇਹ 'ਚ ਪ੍ਰੋਟੋਨ ਨਿਊਟਰਨ ਹੁੰਦੇ ਆ, ਬਾਹਰ ਇਲੈਕਟ੍ਰੋਨ ਘੁੰਮਦੇ ਰਹਿੰਦੇ। ਜਿਹੜਾ ਆਹ ਵਾਲਾ ਸਾਈਜ਼ ਆ ਇਹ ਫੈਮਟੋਮੀਟਰ ਹੁੰਦਾ, ਅਤੇ ਜਿਹੜਾ ਹਾਈਡਰੋਜਨ ਦਾ ਆਹ ਵਾਲਾ ਸਾਈਜ਼ ਆ ਇਹ ਐਂਗਸਟ੍ਰੋਮ ਦਾ ਹੈਗਾ ਸੀ। ਸੋ ਆਹ ਫੈਮਟੋ ਹੁੰਦਾ -15, ਇਹ ਹੁੰਦਾ -10। ਸੋ ਇਹ ਚਲੋ ਆਪਾਂ ਫਿਲਹਾਲ ਇਸ ਚੱਕਰ 'ਚ ਨਹੀਂ ਪੈਣਾ ਵੀ ਉਹ ਕਿੰਨਾ, ਉਹ ਜਿੱਥੇ ਲੋੜ ਪਊਗੀ ਤੁਸੀਂ ਦੇਖ ਲਿਓ। ਫਿਲਹਾਲ ਆਪਾਂ ਇਹ ਦੇਖਣਾ ਸੀ ਕਿ ਬਰੀਕ ਕਿੰਨੇ ਛੋਟੇ ਆਪਾਂ ਲੈਵਲ ਤੱਕ ਜਾਣਾ ਵਾ। ਸੋ ਅਸੀਂ ਇੰਨੇ ਛੋਟੇ ਲੈਵਲ ਤੱਕ ਗੱਲਾਂ ਕਰਦੇ ਪਏ ਹਾਂ ਜਿਹੜੀਆਂ ਸਾਨੂੰ ਦਿਖਦੀਆਂ ਹੀ ਨਹੀਂ, ਨਾ ਹਾਲੇ ਤੱਕ ਦਿਖੀਆਂ, ਵਿਗਿਆਨੀਆਂ ਨੂੰ ਦਿਖਿਆ ਨਹੀਂ ਗਾ ਵੀ ਅਸੀਂ ਠੀਕ ਆ। ਕਿਸੇ ਹੋ ਸਕਦਾ ਉਹਨਾਂ ਨੇ ਕਿਸੇ ਵੱਡੇ ਐਟਮ ਨੂੰ ਕਿਸੇ ਢੰਗ ਨਾਲ ਕਿਸੇ ਮਾੜਾ ਮੋਟਾ ਦੇਖ ਵੀ ਲਿਆ ਹੋਵੇ, ਅਸੀਂ ਮੰਨ ਲਈਏ ਤਾਂ, ਪਰ ਇੱਦਾਂ ਨਹੀਂ ਹੈਗਾ ਕਿ ਵੀ ਅਸੀਂ ਹਾਈਡਰੋਜਨ ਦੇ ਐਟਮ ਇੱਥੇ ਤੁਰੇ ਫਿਰਦੇ ਆ ਜੀ, ਆਹ ਐਟਮ ਨੇ 'ਚ ਟੱਕਰ ਮਾਰੀ ਆ ਜੀ, ਆਹ ਐਟਮ ਇੱਥੇ ਆਰਾਮ ਨਾਲ ਬੈਠਾ ਹੈਗਾ ਆ, ਅਸੀਂ ਨਹੀਂ ਦੇਖ ਸਕਦੇ। ਅਸੀਂ ਮੂੰਹ ਜਵਾਨੀ ਗੱਲ ਕਾਹਦੀ ਕਰਦੇ ਹਾਂ? ਅਸੀਂ ਸਾਰੇ ਐਟਮ ਇੱਕ ਆ ਬਰਤਨ ਆ, ਜਾ ਰਿਹਾ, ਮੰਨ ਲਓ ਗੈਸ ਜਾ ਰਿਹਾ, ਇਹਦੇ 'ਚ ਹਾਈਡਰੋਜਨ ਗੈਸ ਭਰੀ ਹੋਈ ਆ। ਬਸ ਇਹ ਹਾਈਡਰੋਜਨ ਗੈਸ ਦਾ ਪ੍ਰੈਸ਼ਰ ਨਾਪ ਸਕਦੇ ਹਾਂ, ਇਹਦਾ ਤਾਪਮਾਨ ਨਾਪ ਸਕਦੇ ਹਾਂ, ਇਹਦਾ ਭਾਰ ਤੋਲ ਸਕਦੇ ਹਾਂ। ਇਹਨੂੰ ਤੱਕੜੀ 'ਚ ਰੱਖ ਲਓ, ਤੋਲ ਲਓ ਕਿੰਨੀ ਗੈਸ ਆ ਇਹਦੇ ਵਿੱਚ। ਇਹ ਚੀਜ਼ਾਂ ਅਸੀਂ ਕਰ ਸਕਦੇ ਹਾਂ, ਜੋ ਅਸੀਂ ਕਰ ਸਕਦੇ ਹਾਂ ਮੈਕਰੋ, ਇਹਨੂੰ ਕਹਿੰਦੇ ਮੈਕਰੋ ਲੈਵਲ, ਵੱਡਾ। ਮਾਈਕਰੋ ਹੁੰਦਾ ਛੋਟਾ ਲੈਵਲ, ਠੀਕ ਹੈ ਨਾ। ਅਸੀਂ ਮੈਕਰੋ ਲੈਵਲ 'ਤੇ ਵੱਡੇ ਪੱਧਰ 'ਤੇ ਜਿਹੜਾ ਹੈਗਾ ਵੀ ਇਹਦਾ ਭਾਰ ਤੋਲ ਲਓ, ਇਹਦਾ ਤਾਪਮਾਨ ਵਿੱਚ ਥਰਮਾਮੀਟਰ ਫਿੱਟ ਕਰੋ ਅਤੇ ਥਰਮਾਮੀਟਰ ਤੋਂ ਇੱਥੋਂ ਨਾਪ ਲਓ ਵੀ ਕਿੰਨੀ ਗਰਮੀ ਆ ਇਹਦੇ ਅੰਦਰ। ਇਹਨੂੰ ਮੰਨ ਲਓ ਥੱਲੇ ਅੱਗ ਬਾਲ ਦਿੱਤੀ ਤੁਸੀਂ, ਇਹਨੂੰ ਗਰਮ ਕਰ ਲਿਆ ਤਾਂ ਅਸੀਂ ਉਹ ਦੇਖ ਸਕਦੇ ਹਾਂ ਵੀ ਇਹ ਕਿੰਨਾ ਗਰਮ ਆ, ਕਿੰਨਾ ਟੈਂਪਰੇਚਰ ਆ। ਜਾਂ ਇਹਦੇ ਅੰਦਰ ਅਸੀਂ ਮੈਨੋਮੀਟਰ ਲਾ ਕੇ ਇਹਦਾ ਪ੍ਰੈਸ਼ਰ ਨਾਪ ਸਕਦੇ ਹਾਂ। ਜਿੱਦਾਂ ਤੁਸੀਂ ਆਪਣੇ ਸਕੂਟਰਾਂ, ਕਾਰਾਂ, ਸਾਈਕਲਾਂ ਦੇ ਵਿੱਚ ਹਵਾ ਭਰਦੇ ਆ ਤਾਂ ਉਹਦਾ ਪ੍ਰੈਸ਼ਰ ਜਿਹੜਾ ਨਾਪਦੇ ਮੀਟਰ 'ਤੇ ਆ ਜਾਂਦਾ ਵੀ ਇਹਦੇ ਅੰਦਰ ਟਾਇਰ ਵਿੱਚ ਇੰਨਾ ਪ੍ਰੈਸ਼ਰ ਆ, ਇੰਨੀ ਗੈਸ, ਇੰਨੀ ਹਵਾ ਘੱਟ ਆ, ਇੰਨੀ ਹਵਾ ਵੱਧ ਆ, ਹੈ ਨਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਆ, ਉਹ ਚੀਜ਼ਾਂ ਆਪਾਂ ਇਹਦੇ ਨਾਲ ਕਰ ਸਕਦੇ ਹਾਂ।
ਸੋ ਇਹਨੂੰ ਆਪਾਂ ਹੋਰ ਲੰਬਾ ਨਹੀਂ ਖਿੱਚਦੇ। ਸੋ ਵੀ ਵਿਲ ਡਾਇਰੈਕਟਲੀ ਨਾਓ ਜੰਪ ਟੂ ਦਾ ਮੋਲ ਕੰਸੈਪਟ। ਸੋ ਉਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ। ਸੋ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ। ਸੋ ਥੈਂਕ ਯੂ।